ਦਾ ਜਿਹੜਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਸੀ ਜਿਹੜਾ ਸਰਕਾਰ ਨੇ ਤੋੜਨ ਦੀ ਕੋਸ਼ਿਸ਼ ਕੀਤੀ ਆ ਔਰ ਕਾਫੀ ਹੱਦ ਤੱਕ ਸਰਕਾਰ ਇਹਨੂੰ ਤੋੜਨ 'ਚ ਸਫਲ ਹੋ ਗਈ। ਪਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ 60% ਵਾਲੀ ਗੱਲ ਆ, ਸਾਨੂੰ ਬਰਬਾਦ ਕਰਤਾ ਇਹਨਾਂ ਨੇ। ਤੇ ਆੜਤੀ ਵਾਲੀ ਗੱਲ, ਆੜਤੀ ਦੇ ਤਾਂ ਸਾਨੂੰ ਤਾਂ ਪੈਸੇ ਦੇਊਗਾ ਨਾ ਜੇ ਅਸੀਂ ਉਹਦੀ ਫਸਲ ਜਦੋਂ ਖਰੀਦ ਹੈ ਸਾਡੀ ਸੈਂਟਰ ਸਰਕਾਰ ਰਹੀ ਆ, ਠੀਕ ਹੈ, ਸਾਨੂੰ ਇਹ ਪੈਸੇ ਕਾਹਤੇ ਦੇਣਗੇ। ਅਸੀਂ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਜਿਹੜਾ ਕੰਮ ਸ਼ੁਰੂ ਕਰਤਾ, ਫਸਲ ਦੀ ਚੁਕਾਈ ਸ਼ੁਰੂ ਹੋ ਗਈ। ਅਸੀਂ ਆਰਾਮ ਦੇ ਨਾਲ ਪਹਿਲਾਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ। ਸਰਕਾਰ ਕਮਿਸ਼ਨ ਦਊ, ਠੀਕ ਆ, ਨਹੀਂ ਅਗਲੇ ਸੀਜ਼ਨ ਤੋਂ ਕੰਮ ਬੰਦ ਕਰ ਦਿਆਂਗੇ। ਤਾਂ ਮੰਡੀਆਂ 'ਚ ਤੁਹਾਡੀ ਖਰੀਦ ਹੋ ਰਹੀ ਆ, ਅਗਲੇ ਸਾਲ ਅਸੀਂ ਇਦੋਂ ਵੀ ਖੱਜਲ ਹੋਵਾਂਗੇ, ਖਤਮ ਹੋ ਜਾਣਗੀਆਂ ਮੰਡੀਆਂ, ਸਾਰਾ ਕੁਝ ਉਹੀ 1100-1200 ਰੁਪਏ ਤੁਹਾਡੀ ਕਣਕ ਉਹ ਜਿਹਨੇ ਇਹਦੇ ਵਿੱਚ ਹਿੱਸੇਦਾਰੀ ਪਾਈ ਆ ਨਾ ਸਾਨੂੰ ਬਰਬਾਦ ਕਰਨ ਦੀ, ਉਹਦਾ ਖਮਾਜਾ ਤਾਂ ਇਹਨਾਂ ਨੂੰ ਭੁਗਤਣਾ ਪਊਗਾ ਹੀ। 2022 'ਚ ਤੁਸੀਂ ਜਵਾਬ ਜ਼ਰੂਰ ਦਿਓ। ਬਿਲਕੁਲ ਜਵਾਬ ਮਿਲੂਗਾ ਜੀ, ਇਹਨਾਂ ਨੂੰ ਮਿਲੂਗਾ। ਸੈਂਟਰ ਸਰਕਾਰ ਨੂੰ ਤਾਂ ਭਾਜਪਾ ਦੀ ਸਰਕਾਰ ਤਾਂ ਬਿਲਕੁਲ ਹੀ ਇੱਥੋਂ ਖਤਮ ਹੋ ਜੂਗਾ, ਸਿੱਧੀ ਫੀਡ ਖਤਮ ਹੋ ਜੂਗਾ। ਉਹ ਸਿਰਫ ਕੀ ਆ, ਅਸੀਂ ਵੀ ਡੱਬਾ ਚੱਕ ਕੇ ਅਡਾਨੀਆਂ ਤੇ ਵਾਨੀਆਂ ਦੇ ਖੇਤ 'ਚ ਕੰਮ ਕਰਨ ਜਾਵਾਂਗੇ। ਜਾਇਜ਼ ਕਰੋ। ਉਹੀ ਤਾਂ ਸਰਕਾਰ ਤਾਂ ਇਹੀ ਕਹਿੰਦੇ ਜੋ ਸਿਸਟਮ ਪਹਿਲਾਂ ਚੱਲਦਾ ਸਾਡਾ ਉਸੇ ਚੱਲਣ ਦਿਓ, ਸਾਨੂੰ ਲੋੜ ਨਹੀਂ ਐਮਐਸਪੀ ਜੇ ਕਰਨੀ ਹੈ ਕਰ ਦੇਣ। ਇਹੀ ਮੰਡੀਆਂ ਰਾਹੀਂ ਆ, ਜਿਹਨੇ ਅਡਾਨੀ ਨੇ ਖਰੀਦਣੀਆਂ, ਅਵਾਨੀ ਨੇ ਇਹ ਤੋਂ ਖਰੀਦੀ ਜਾਣ। ਆੜਤੀਆਂ ਰਾਹੀਂ ਜਿੰਨੀ ਮਰਜ਼ੀ ਖਰੀਦ ਲੈ, ਕੋਈ ਰੋਕਦਾ ਥੋੜੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨੀਰਜ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੇ 3 ਕਾਨੂੰਨ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਨੇ, ਉਹਦਾ ਕਿਤੇ ਨਾ ਕਿਤੇ ਜਿਹੜਾ ਅਸਰ ਆ ਹੁਣ ਮੰਡੀਆਂ ਦੇ ਵਿੱਚ ਦਿਖਣ ਲੱਗ ਗਿਆ। ਕਿਉਂਕਿ ਕਣਕ ਜਿਹੜੀ ਆ ਵਿਸਾਖੀ ਤੋਂ ਬਾਅਦ, ਵਾਢੀ ਤੋਂ ਬਾਅਦ ਹੁਣ ਮੰਡੀਆਂ ਦੇ ਵਿੱਚ ਆਈ ਆ। ਤੇ ਅੱਜ ਅਸੀਂ ਮੰਡੀ ਪਹੁੰਚੇ ਹਾਂ, ਲੁਧਿਆਣੇ ਦੀ ਗਿੱਲ ਰੋਡ ਤੇ ਇਹ ਇੱਕ ਦਾਣਾ ਮੰਡੀ ਆ, ਜਿੱਥੇ ਅਸੀਂ ਪਹੁੰਚੇ ਹਾਂ। ਗੱਲਬਾਤ ਕਰਦੇ ਹਾਂ ਇੱਥੋਂ ਦੇ ਕਿਸਾਨਾਂ ਨਾਲ, ਇੱਥੇ ਦੇ ਆੜਤੀਆਂ ਦੇ ਨਾਲ ਵੀ, ਉਹਨਾਂ ਦਾ ਕੀ ਕਹਿਣਾ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਤੇ ਜੋ ਉਹਨਾਂ ਦੀਆਂ ਗਤੀਵਿਧੀਆਂ ਨੇ ਤੇ ਉਹਨਾਂ ਦਾ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਆ। ਸੋ ਸਾਡੇ ਨਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਆੜਤ ਦਾ ਕੰਮ ਕਰਦੇ ਹੋ, ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਏ 26-27 ਸਾਲ। ਕੀ ਲੱਗਦਾ ਵੀ ਸਰਕਾਰ ਨੇ ਜੋ ਹੁਣ ਇਹ ਕਾਨੂੰਨ ਪਾਸ ਕੀਤੇ ਨੇ, ਜਿਹਦੇ ਕਰਕੇ ਕਹਿੰਦੇ ਵੀ ਆੜਤ ਖਤਮ ਕਰਨੀ ਹੈ ਤੇ ਸਿੱਧੀ ਅਦਾਇਗੀ ਜਿਹੜੀ ਆ ਉਹ ਮੰਡੀਆਂ ਦੇ ਵਿੱਚੋਂ ਕਿਸਾਨਾਂ ਨੂੰ ਦਿੱਤੀ ਜਾਊਗੀ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਉਹਦੀ ਗੱਲ ਆ ਜੀ, ਕਿਸਾਨ ਦਾ ਤੇ ਆੜਤੀ ਦਾ ਜਿਹੜਾ ਰਿਸ਼ਤਾ 9 ਮਾਸ ਦਾ ਰਿਸ਼ਤਾ ਸੀ ਜਿਹੜਾ ਸਰਕਾਰ ਨੇ ਤੋੜਨ ਦੀ ਕੋਸ਼ਿਸ਼ ਕੀਤੀ ਆ ਔਰ ਕਾਫੀ ਹੱਦ ਤੱਕ ਸਰਕਾਰ ਇਹਨੂੰ ਤੋੜਨ 'ਚ ਸਫਲ ਹੋ ਗਈ। ਕਿਉਂਕਿ ਆੜਤੀ ਜਿਹੜਾ ਕਮਿਸ਼ਨ ਜਿਹੜਾ ਹੈਗਾ ਉਹ ਸਰਕਾਰ ਦਿੰਦੀ ਆ, ਖਰੀਦਦਾਰ ਵੱਲੋਂ ਕਮਿਸ਼ਨ ਲੈਣਾ ਹੁੰਦਾ। ਖਰੀਦਦਾਰ ਜਿਹੜੀ ਆ ਸਰਕਾਰ ਆ, ਸੈਂਟਰ ਦੀ ਸਰਕਾਰ ਦੀ ਮਰਜ਼ੀ ਆ ਵੀ ਉਹ ਵਿਚਾਲੇ ਆੜਤੀਆ ਰੱਖੇ ਜਾਂ ਨਾ ਰੱਖੇ। ਲੇਕਿਨ ਜਿਹੜੇ ਹੁਣ ਕਾਨੂੰਨ ਨੇ ਉਹਦੇ ਮੁਤਾਬਕ ਕਿਸਾਨ ਨਹੀਂ ਚਾਹੁੰਦਾ ਵੀ ਸਾਨੂੰ ਸਿੱਧੀ ਅਦਾਇਗੀ ਦਿੱਤੀ ਜਾਵੇ। ਪਰ ਜੇ ਗੱਲ ਕੀਤੀ ਜਾਵੇ 25-26 ਸਾਲ ਤੋਂ ਤੁਸੀਂ ਕਹਿ ਰਹੇ ਅਸੀਂ ਕੰਮ ਕਰਦੇ ਆ ਰਹੇ ਹਾਂ ਆੜਤ ਦਾ, ਪਰ ਜੇ ਹੁਣ ਇੱਕਦਮ ਹੀ ਸਰਕਾਰ ਨੇ ਤੁਹਾਡੇ ਤੇ ਇਹ ਜਿਹੜੀਆਂ ਨੀਤੀਆਂ ਥੋਪ ਦਿੱਤੀਆਂ ਨੇ ਤੇ ਹੁਣ ਤੁਸੀਂ ਅੱਗੇ ਕੀ ਕਰੋਗੇ? ਜੇ ਤੁਸੀਂ ਇਹ ਆੜਤ ਦਾ ਕੰਮ ਨਹੀਂ ਕਰੋਗੇ ਤਾਂ ਫਿਰ ਤੁਸੀਂ ਕੰਮ ਕੀ ਕਰੋਗੇ? ਅਸੀਂ ਆਪਣਾ ਮੈਂ ਆੜਤ ਦੇ ਨਾਲ ਕਿਸਾਨ ਵੀ ਹਾਂ, ਖੇਤੀ ਕਰਾਂਗੇ, ਕੋਈ ਹੋਰ ਧੰਦਾ ਲੱਭਾਂਗੇ। ਕਿਉਂਕਿ ਇਹ ਜਿਹੜਾ ਕੰਮ ਆ ਇਹ ਤਾਂ ਹੁਣ ਧੰਦਾ ਜਿਹੜਾ ਚੌਪਟ ਹੋ ਗਿਆ, ਇਹਦੇ ਵਿੱਚ ਕੁਛ ਨਹੀਂ ਰਹਿਣਾ। ਅਗਲੇ ਇੱਕ ਅੱਧੇ ਸੀਜ਼ਨ ਬਾਅਦ ਜਿਹੜਾ ਆੜਤੀਆਂ ਨੂੰ ਬਿਲਕੁਲ ਸੈਂਟਰ ਗਵਰਨਮੈਂਟ ਨੇ ਵਿੱਚੋਂ ਕੱਢ ਦੇਣਾ। ਪਰ ਹੁਣ ਪਿੱਛੇ ਜੇ ਗੱਲ ਉੱਠੀ ਸੀ ਵੀ ਤੁਹਾਡੇ ਵੱਲੋਂ ਇੱਕ ਹੜਤਾਲ ਵੀ ਕੀਤੀ ਗਈ ਆ, ਕੀ ਉਹ ਹੜਤਾਲ ਹੁਣ ਖਤਮ ਕਰ ਦਿੱਤੀ ਗਈ ਹੈ ਜਾਂ ਉਹਦੇ ਤੇ ਫਿਰ ਅੱਗੇ ਵੀ ਕੋਈ ਤੁਹਾਡੀ ਗੱਲਬਾਤ ਚੱਲਦੀ ਪਈ ਹੈ? ਅਜੇ ਫਿਲਹਾਲ ਹੜਤਾਲ ਜਿਹੜੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕੀਤੀ ਆ, ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਸੀ ਵੀ ਸਿੱਧੀ ਅਦਾਇਗੀ ਨਹੀਂ ਕਰਾਂਗੇ, ਲੇਕਿਨ ਉਹ ਕਾਮਯਾਬ ਨਹੀਂ ਹੋਇਆ ਕੰਮ। ਅਸੀਂ ਮੁੱਖ ਮੰਤਰੀ ਦੇ ਭਰੋਸੇ ਤੇ ਜਿਹੜੀ ਸਟ੍ਰਾਈਕ ਆ ਉਹ ਖੋਲ੍ਹਤੀ ਸੀ, ਖੋਲ੍ਹ ਕੇ, ਕਿਉਂਕਿ ਕਿਸਾਨਾਂ ਨੇ ਪਰੇਸ਼ਾਨ ਹੋਣਾ ਸੀ। ਸਾਡਾ ਕਿਸਾਨਾਂ ਦੇ ਨਾਲ ਸਕੇ ਭਰਾਵਾਂ ਨਾਲ ਵੀ ਨੇੜੇ ਦਾ ਰਿਸ਼ਤਾ। ਅਸੀਂ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਜਿਹੜਾ ਕੰਮ ਸ਼ੁਰੂ ਕਰਤਾ, ਫਸਲ ਦੀ ਚੁਕਾਈ ਸ਼ੁਰੂ ਹੋ ਗਈ। ਅਸੀਂ ਆਰਾਮ ਦੇ ਨਾਲ ਪਹਿਲਾਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ। ਸਰਕਾਰ ਕਮਿਸ਼ਨ ਦਊ, ਠੀਕ ਆ, ਨਹੀਂ ਅਗਲੇ ਸੀਜ਼ਨ ਤੋਂ ਕੰਮ ਬੰਦ ਕਰ ਦਿਆਂਗੇ। ਪਰ ਜੇ ਤੁਸੀਂ ਗੱਲ ਕਰਦੇ ਹੋ ਸਰਕਾਰ ਦੀ, ਵੀ ਸਰਕਾਰ ਨੇ ਤੁਹਾਨੂੰ ਭਰੋਸਾ ਦਿੱਤਾ, ਜੇ ਹੁਣ ਉਹ ਤੁਹਾਡਾ ਜੇ ਵਿੱਚੋਂ ਰੋਲ ਖਤਮ ਕਰਦੀ ਆ ਤਾਂ ਲੱਗਦਾ ਨਹੀਂਗਾ ਵੀ ਸਰਕਾਰ ਨੇ ਫਿਰ ਤੁਹਾਡੇ ਨਾਲ ਇੱਕ ਤਰ੍ਹਾਂ ਧੋਖਾ ਹੀ ਕੀਤਾ? ਸਾਡੇ ਨਾਲ ਵੀ ਧੋਖਾ ਕੀਤਾ ਸਰਕਾਰ ਨੇ, ਕਿਸਾਨਾਂ ਨਾਲ ਵੀ ਧੋਖਾ ਕੀਤਾ। ਕਿਉਂਕਿ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਆ, ਇਸ ਕਾਨੂੰਨ ਦੇ ਅਧੀਨ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਹੁਣ ਤੁਸੀਂ ਹਰ ਰੋਜ਼ ਖਬਰਾਂ ਦੇ ਵਿੱਚ ਦੇਖਦੇ ਹੋ, ਕਿਤੇ 60 ਟਰਾਲੇ ਫੜੇ ਗਏ, ਕਿਤੇ 40 ਟਰਾਲੇ ਫੜੇ ਗਏ, ਕਿਤੇ 10 ਟਰਾਲੇ ਫੜੇ ਗਏ। ਯੂਪੀ, ਬਿਹਾਰ, MP, ਬਾਹਰਲੇ ਜਿਹੜੀਆਂ ਸਟੇਟਾਂ ਤੋਂ ਕਣਕ ਆ ਰਹੀ ਆ ਵਿਕਣ, ਕਿਉਂਕਿ ਬਾਹਰਲੀਆਂ ਸਟੇਟਾਂ ਦੇ ਵਿੱਚ MSP ਲਾਗੂ ਨਹੀਂ, ਸਿਰਫ ਪੰਜਾਬ ਤੇ ਹਰਿਆਣੇ 'ਚ MSP ਲਾਗੂ ਆ। ਉੱਥੋਂ ਦੇ ਕਿਸਾਨ ਧੜਾ ਇੱਥੇ ਵੇਚਣ ਲਈ ਫਸਲ ਲਿਆ ਰਹੇ ਆ ਔਰ ਅਗਲੇ ਸੀਜ਼ਨ ਤੋਂ ਜਦੋਂ MSP ਜਿਹੜੀ ਆ ਖਤਮ ਹੋ ਜੂਗੀ, ਉਸ ਵੇਲੇ ਜਿਹੜਾ ਪੰਜਾਬ ਦਾ ਕਿਸਾਨ ਆ ਇਹ ਵੀ ਮਜਬੂਰੀ ਬਸ 1000 ਰੁਪਏ ਕੁਇੰਟਲ, 1100 ਰੁਪਏ ਕੁਇੰਟਲ ਇਹਨਾਂ ਨੂੰ ਆਪਣੀ ਫਸਲ ਵੇਚਣੀ ਪਊਗੀ। ਉਹਦੇ ਨਾਲ ਪੰਜਾਬ ਦਾ ਅਰਥਚਾਰਾ ਬਿਲਕੁਲ ਉੱਜੜ ਜੂ, ਪੰਜਾਬ ਤਬਾਹ ਹੋ ਜਾਊਗਾ। ਇਹ ਇਕੱਲਾ ਕਿਸਾਨ ਨਹੀਂ, ਇਹ ਕਿਸਾਨ ਦਾ ਪੈਸਾ ਵੱਟ ਕੇ ਹਰ ਜਿੰਨੇ ਵੀ ਕਾਰੋਬਾਰ ਚੱਲਦੇ ਆ, ਜਿੰਨੇ ਵੀ ਵਪਾਰ ਚੱਲਦੇ ਆ, ਹਰ ਥਾਂ ਤੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇਹ ਜਿਹੜਾ ਪੈਸਾ, ਸਾਡਾ ਜਿਹੜਾ ਅਰਥਚਾਰਾ 80% ਜਿਹੜਾ ਹੈਗਾ ਖੇਤੀ ਤੇ ਨਿਰਭਰ ਆ। ਖੇਤੀ ਤੇ ਨਿਰਭਰ ਹੋਣ ਦੇ ਨਾਤੇ ਇਹ ਜਿੰਨਾ ਪੈਸਾ ਸਰਕਾਰ ਵੱਲੋਂ ਜਾਂ ਪ੍ਰਾਈਵੇਟ ਏਜੰਸੀਆਂ ਵੱਲੋਂ
ਖਰੀਦ ਕਰਨ ਤੋਂ ਬਾਅਦ ਵੱਟਿਆ ਜਾਂਦਾ, ਉਹ ਬਾਜ਼ਾਰ ਦੇ ਵਿੱਚ ਪੈਸਾ ਆਉਂਦਾ, ਪੈਸਾ ਬਾਜ਼ਾਰ 'ਚ ਆਉਣੋਂ ਹਟ ਜਾਊਗਾ, ਬਾਜ਼ਾਰ ਦੇ ਵਿੱਚ ਕਾਂ ਬੋਲਣ ਲੱਗ ਜਾਣਗੇ, ਸਾਰੇ ਲੋਕ ਭੁੱਖੇ ਮਰਨ ਲੱਗ ਜਾਣਗੇ, ਹਾਲਾਤ ਬੜੇ ਭੈੜੇ ਹੋ ਜਾਣਗੇ। ਜੇ ਗੱਲ ਕਰੀਏ ਵੀ ਤੁਸੀਂ ਕਹਿੰਦੇ ਬਾਹਰ ਸਟੇਟਾਂ ਦੇ ਵਿੱਚੋਂ ਆ ਕੇ ਫਿਰ ਤਾਂ ਇਹ ਸਰਕਾਰ ਦੀ ਇੱਕ ਤਰ੍ਹਾਂ ਦੇਖ ਰੇਖ ਦੇ ਵਿੱਚ ਹੀ ਹੋ ਰਿਹਾ, ਕਿਉਂਕਿ ਜੇ ਸਰਕਾਰ ਚਾਹਵੇ ਤਾਂ ਕੋਈ ਇਦਾਂ ਦਾ ਕਾਨੂੰਨ ਪਾਸ ਕਰਕੇ ਵੀ ਆੜਤ ਖਤਮ ਕਰ ਸਕਦੀ ਸੀ, ਜਾਂ ਐਮਐਸਪੀ ਜਿਹੜੀ ਆ ਪੰਜਾਬ 'ਚ ਮਿਲਦੀ ਆ ਉੱਧਰ ਨਹੀਂ ਮਿਲਦੀ, ਫਿਰ ਇਹਦਾ ਲੱਗਦਾ ਕਿ ਬਾਹਰਲੇ ਸੂਬਿਆਂ ਨੂੰ ਇਹ ਫਾਇਦਾ ਦਿੱਤਾ ਜਾ ਰਿਹਾ। ਦੇਖੋ ਜੀ, ਬਾਹਰਲੇ ਸੂਬਿਆਂ ਨੂੰ ਫਾਇਦੇ ਵਾਲੀ ਕੋਈ ਗੱਲ ਨਹੀਂ, ਸਿਰਫ ਪੰਜਾਬ ਤੇ ਹਰਿਆਣੇ ਨੂੰ ਮਾਰਿਆ ਜਾ ਰਿਹਾ। ਬਾਹਰਲੇ ਸੂਬਿਆਂ ਦੇ ਵਿੱਚ ਤਾਂ ਐਮਐਸਪੀ ਪਹਿਲਾਂ ਹੀ ਹੈ ਨਹੀਂ। ਬਿਹਾਰ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਅੱਜ ਤੋਂ ਕਾਫੀ ਚਿਰ ਪਹਿਲਾਂ 10 ਸਾਲ ਪਹਿਲਾਂ ਲਾਗੂ ਹੋ ਗਏ, ਯੂਪੀ ਐਮਪੀ ਦੇ ਵਿੱਚ ਪਹਿਲਾਂ ਲਾਗੂ ਹੋ ਗਏ, ਉੱਥੇ ਐਮਐਸਪੀ ਹੈ ਹੀ ਨਹੀਂ। ਉਹ ਰਾਜਸਥਾਨ ਦੀ ਕਣਕ, ਬਿਹਾਰ ਦੀ ਕਣਕ, ਯੂਪੀ ਦੀ ਕਣਕ, ਉੱਤਰਾਖੰਡ ਦੀ ਕਣਕ, ਇਹਨਾਂ ਸਾਰੀਆਂ ਸਟੇਟਾਂ ਦੀ ਜਿਹੜੀ ਕਣਕ ਆ ਤੇ ਚੌਲ ਆ, ਇਹ ਪੰਜਾਬ ਤੇ ਹਰਿਆਣੇ ਜਾ ਕੇ ਵਿਕਦੇ ਆ ਕਾਫੀ ਲੰਬੇ ਸਮੇਂ ਤੋਂ, ਪਿਛਲੇ 10-12 ਸਾਲਾਂ ਤੋਂ। ਪਿਛਲੇ ਸਾਲ ਤੋਂ ਸਰਕਾਰ ਨੇ ਕੋਈ ਸਖਤੀ ਕੀਤੀ ਆ ਵੀ ਪੰਜਾਬ ਤੇ ਹਰਿਆਣੇ ਦਾ ਜਿਹੜਾ ਏਰੀਆ ਉਹ ਬਹੁਤ ਥੋੜਾ, ਉਹਦੇ ਮੁਤਾਬਕ ਇੰਨੀ ਫਸਲ ਕਿੱਥੋਂ ਆਉਂਦੀ ਆ। ਰੁਕਾਵਟਾਂ ਪਾਈਆਂ ਸਰਕਾਰ ਨੇ, ਆਪਣੇ ਜਿਹੜੇ ਬੈਰੀਅਰ ਨੇ ਉੱਥੇ ਪੁਲਿਸ ਵਗੈਰਾ ਖੜੀ ਕਰਕੇ ਜਾਂ ਹੋਰ ਮਹਿਕਮੇ ਖੜੇ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਜਿਹੜੇ ਚੋਰ ਦੇਖਿਆ ਜਾਵੇ ਜੇ ਰੋਕਣ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਅਫਸਰ ਨੇ ਕਿਤੇ ਨਾ ਕਿਤੇ ਜ਼ਿਆਦਾ ਵਿਕਦੇ ਰਹੇ ਨੇ, ਕਿਉਂਕਿ ਇਹ ਇੱਕ ਵੱਡੇ ਲੈਵਲ ਦਾ ਕੰਮ ਆ ਵੀ ਜੇ ਕਣਕ ਬਾਹਰੋਂ ਆਉਂਦੀ ਆ, ਹੁਣ ਇੰਨੇ ਟਰੱਕ ਫੜੇ ਵੀ ਗਏ ਨੇ, ਬਠਿੰਡੇ 'ਚ ਵੀ ਫੜਿਆ ਗਿਆ, ਪਰ ਲੱਗਦਾ ਨਹੀਂ ਵੀ ਇਹ ਰਲੀ ਮਿਲੀ ਭਗਤੀ ਦੇ ਨਾਲ ਚੱਲਦਾ ਰਹੂਗਾ ਇਦਾਂ ਹੀ ਕੰਮ। ਫਿਰ ਦੇਖੋ ਜੇ ਬੈਰੀਅਰ ਵਾਲੇ ਜਾਣਨ ਜਾਂ ਅਫਸਰ ਜਾਣਨ, ਅਸੀਂ ਤਾਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ, ਕਿਉਂਕਿ ਛੋਟੇ ਬੰਦਿਆਂ ਦਾ ਕੰਮ ਤਾਂ ਹੈ ਨਹੀਂ, ਵੱਡੇ ਮਗਰਮੱਛਾਂ ਦਾ ਕੰਮ ਆ। ਛੋਟਾ ਆੜ੍ਹਤੀਆ, ਛੋਟਾ ਕਿਸਾਨ, ਉਹ ਕਿੱਥੋਂ 60 ਟਰਾਲੇ ਲੈ ਆਊਗਾ, ਕਿੱਥੇ ਉਹਦੇ ਕੋਲ ਇੰਨਾ ਪੈਸਾ ਵੀ ਉਹ 60 ਟਰਾਲਿਆਂ ਦੀ ਪੇਮੈਂਟ ਲਾਇਆ ਆਵੇ। ਇਹ ਤਾਂ ਬਹੁਤ ਵੱਡੇ ਮਗਰਮੱਛਾਂ ਦੇ ਕੰਮ ਨੇ, ਸਰਕਾਰ ਜਾਣੇ ਜਾਓ ਜਾਣਨ। ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ, ਜਿਹੜੇ ਹੁਣ ਦਿੱਲੀ ਦੀਆਂ ਬਰੂਹਾਂ ਤੇ ਸਾਰੇ ਕਿਸਾਨ ਬੈਠੇ ਆ, ਕਿ ਜਿਹੜਾ ਤੁਹਾਡਾ ਆੜਤ ਦਾ ਭਾਈਚਾਰਾ ਵਾ, ਕਿ ਉਹਨਾਂ ਦੇ ਵੱਲੋਂ ਤੁਹਾਡਾ ਜਿਹੜਾ ਸਾਥ ਹੈ ਇਸੇ ਤਰ੍ਹਾਂ ਮਿਲਦਾ ਰਹੂਗਾ ਉਹਨਾਂ ਨੂੰ? ਬਿਲਕੁਲ, ਅਸੀਂ ਪਹਿਲਾਂ ਵੀ ਸਾਰੇ ਕਿਸਾਨਾਂ ਦੇ ਨਾਲ ਹਰ ਪੱਖੋਂ ਖੜੇ ਆ, ਮਾਈਕ ਪੱਖੋਂ ਵੀ ਖੜੇ ਆ, ਸਿੱਧੇ ਤੌਰ ਤੇ ਵੀ ਨਾਲ ਜਾ ਕੇ ਖੜੇ ਆ, ਔਰ ਅੱਗੋਂ ਵੀ ਜਿਹੜਾ ਹੈਗਾ ਸਮਾਂ ਜਦੋਂ ਜੋ ਜਿਹੜੀਆਂ ਸੰਯੁਕਤ ਮੋਰਚਾ ਕਾਲ ਦਊਗਾ ਉਹਦੇ 'ਚ ਅਸੀਂ ਸਾਡਾ ਆੜਤੀ ਭਾਈਚਾਰਾ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਫੇਰ ਖੜਾਂਗੇ। ਧੰਨਵਾਦ ਜੀ। ਸੋ ਇੱਥੇ ਸਾਡੇ ਨਾਲ ਕਿਸਾਨ ਵੀਰ ਵੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ ਉਹਨਾਂ ਨਾਲ। ਸੋ ਇੱਥੇ ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ, ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ। ਵੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ, ਆੜਤ ਦਾ ਜਿਹੜਾ ਆੜਤ ਬੁਣਾ ਖਤਮ ਕਰ ਦਿੱਤਾ ਗਿਆ ਵਾ, ਸਿੱਧੀ ਅਦਾਇਗੀ ਸਰਕਾਰਾਂ ਕਹਿੰਦੀਆਂ ਵੀ ਤੁਹਾਨੂੰ ਦਿੱਤੀ ਜਾਊਗੀ ਕਿਸਾਨਾਂ ਨੂੰ, ਕੀ ਲੱਗਦਾ ਕਿ ਸਰਕਾਰਾਂ ਤੇ ਤੁਸੀਂ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਸਿੱਧੀ ਅਦਾਇਗੀ ਤੁਹਾਡੇ ਅਕਾਊਂਟ 'ਚ ਪੈਸੇ ਦੇਊਗੀ? ਦੇਖੋ, ਭਰੋਸਾ ਜੇ ਕਰਦੇ ਹੁੰਦੇ ਤਾਂ ਅਸੀਂ ਸਾਨੂੰ ਉੱਥੇ ਜਾ ਕੇ ਬੈਠਣ ਦੀ ਦਿੱਲੀ ਲੋੜ ਕੀ ਸੀਗੀ। ਦਿੱਲੀ ਇਸੇ ਕਾਲੇ ਕਾਨੂੰਨਾਂ ਦੇ ਖਿਲਾਫ ਹੀ ਬੈਠੇ ਆ। ਠੀਕ ਹੈ ਜੀ, ਜਿਹੜੀ ਆਨਲਾਈਨ ਇਹ ਕਰ ਰਹੇ ਨੇ, ਇਹ ਸਭ ਭਗਵਾਨ ਹੈ ਇਹਨਾਂ ਦਾ। ਸਾਨੂੰ 60% ਇੱਥੇ ਮਾਰਦਾ ਇਹਨਾਂ ਨੇ। ਠੀਕ ਆ, ਮਾਰਨ ਦੇ ਕਰਕੇ ਹੀ ਇਹ ਆਨਲਾਈਨ ਦਾ ਕੋਈ ਨਹੀਂ, ਆੜ੍ਹਤੀਏ ਤੇ ਜੱਟ ਦਾ ਜਿਹੜਾ ਰੋਲ ਆ, ਸਾਨੂੰ ਅੱਜ 5 ਲੱਖ ਜਾਂ 2 ਲੱਖ ਜਾਂ ਥੋੜੇ ਪੈਸਿਆਂ ਦੀ ਲੱਖ ਦੀ ਲੋੜ ਆ, ਅਸੀਂ ਕਿਹਤੋਂ ਲੈਣੇ ਆ? ਜਦੋਂ ਸਾਨੂੰ ਪੈਸੇ ਹੀ ਫਸਲ ਦੇ ਸਿੱਧੇ ਆਉਣੇ ਆ ਤਾਂ ਸਾਨੂੰ ਇਹਨਾਂ ਨੇ ਕਿੱਥੋਂ ਪੈਸੇ ਦੇਣੇ ਆ? ਸਾਡਾ ਅਰਥ ਕਿਹਨੇ ਸਾਰਨਾ? ਕਿਸੇ ਨੇ ਨਹੀਂ ਸਾਰਨਾ। ਕਿਉਂਕਿ ਦੇਖਿਆ ਜਾਵੇ ਤਾਂ ਤੁਹਾਡਾ ਭਾਈਚਾਰਾ ਇੱਕ ਤਰ੍ਹਾਂ ਦਾ ਇਹਨਾਂ ਨੇ ਖਤਮ ਹੀ ਕਰਤਾ ਆੜਤੀਆਂ ਦੇ ਨਾਲ, ਕਿਉਂਕਿ ਜੇ ਉਹਨਾਂ ਨੂੰ ਕੋਈ ਤੁਹਾਡੇ ਤੋਂ ਫਾਇਦਾ ਨਹੀਂ ਹੁੰਦਾ ਤਾਂ ਉਹ ਤੁਹਾਨੂੰ ਆਪਣੇ ਕੋਲ ਪੈਸੇ ਵੀ ਨਹੀਂ ਦੇਣਗੇ। ਪਰ ਹੁਣ ਦੇਖਿਆ ਜਾਵੇ ਤਾਂ ਕਿਸਾਨ ਉੱਥੇ ਬਰੂਹਾਂ ਤੇ ਬੈਠੇ ਨੇ, ਸਰਕਾਰ ਨੇ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਆਪਣੇ ਇੰਪਲੀਮੈਂਟ ਕਰਤੇ, ਜਿਹਦੇ ਕਰਕੇ ਹੁਣ ਮੰਡੀ 'ਚ ਕਣਕ ਆਈ ਹੋਈ ਆ। ਪਰ ਜਿਹੜੇ ਕਿਸਾਨ ਹੁਣ ਸਿੱਧੀ ਅਦਾਇਗੀ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ, ਕੀ ਲੱਗਦਾ ਕਿ ਹੁਣ ਤੱਕ ਕਿਸੇ ਕਿਸਾਨਾਂ ਨੂੰ ਪੈਸੇ ਆਏ ਨੇ ਜਾਂ ਕਿਸੇ ਦੀ ਕਣਕ ਚੱਕੀ ਗਈ ਹੈ ਇੱਦਾਂ? ਨਹੀਂ, ਚਲੋ ਤਲਾਈ ਤਾਂ ਹੋ ਰਹੀ ਆ, ਹਲੇ ਪੈਸੇ ਤਾਂ ਨਹੀਂ ਕਿਸੇ ਦੇ ਆਏ। ਪਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ 60% ਵਾਲੀ ਗੱਲ ਆ, ਸਾਨੂੰ ਬਰਬਾਦ ਕਰਤਾ ਇਹਨਾਂ ਨੇ। ਤੇ ਆੜ੍ਹਤੀ ਵਾਲੀ ਗੱਲ, ਆੜ੍ਹਤੀਏ ਦੇ ਤਾਂ ਸਾਨੂੰ ਤਾਂ ਪੈਸੇ ਦੇਊਗਾ ਨਾ ਜੇ ਅਸੀਂ ਉਹਦੀ ਫਸਲ ਜਦੋਂ ਖਰੀਦ ਹੈ ਸਾਡੀ ਸੈਂਟਰ ਸਰਕਾਰ ਰਹੀ ਆ। ਠੀਕ ਹੈ, ਸਾਨੂੰ ਇਹ ਪੈਸੇ ਕਾਹਤੇ ਦੇਣਗੇ? ਇਹਨਾਂ ਦੀ ਗਾਰੰਟੀ ਕੌਣ ਆ? ਉਹ ਤਾਂ ਸਾਡਾ ਭਾਈਚਾਰਾ ਵਿਸ਼ਵਾਸ ਸੀ। ਚਲੋ ਅਸੀਂ ਫਸਲ ਦੇ ਪੈਸੇ ਦਿੰਦੇ ਸੀਗੇ, ਕੋਈ ਕੱਟ ਲਏ, ਸਾਨੂੰ ਸਿਸਟਮ ਸੀ ਸਾਡਾ ਇੱਕ ਬਣਿਆ ਹੋਇਆ, ਹਰ ਜ਼ਿਮੀਂਦਾਰ ਦਾ ਬਣਿਆ ਹੋਇਆ ਸੀ ਆੜ੍ਹਤੀਏ ਦੇ ਨਾਲ। ਉਹ ਹੁਣ ਖਤਮ ਹੋ ਗਿਆ। ਠੀਕ ਹੈ ਜੀ। ਬਾਕੀ ਗਾਹਾਂ ਫਿਲਹਾਲ ਤਾਂ ਆਹ ਮੰਡੀਆਂ 'ਚ ਤੁਹਾਡੀ ਖਰੀਦ ਹੋ ਰਹੀ ਆ, ਅਗਲੇ ਸਾਲ ਅਸੀਂ ਇਦੋਂ ਵੀ ਖੱਜਲ ਹੋਵਾਂਗੇ, ਖਤਮ ਹੋ ਜਾਣਗੀਆਂ ਮੰਡੀਆਂ, ਸਾਰਾ ਕੁਝ ਉਹੀ 1100-1200 ਰੁਪਏ ਤੁਹਾਡੀ ਕਣਕ ਵਿਕੂ, ਆਪਦੀ ਮਰਜ਼ੀ ਨਾਲ ਖਰੀਦੇ। ਜੇ ਆਪਾਂ ਗੱਲ ਕਰੀਏ ਜੀ, ਤੁਸੀਂ ਕਹਿ ਰਹੇ ਹੋ 1100-1200 ਨੂੰ ਕਣਕ ਮਿਲੂਗੀ, ਕਿਉਂਕਿ ਹਜੇ ਪਹਿਲਾ ਸਾਲ ਵਾ, ਪਹਿਲੇ ਸਾਲ ਕਰਕੇ ਤੁਹਾਨੂੰ ਅਦਾਇਗੀ ਵੀ ਹੋਊਗੀ, ਮੰਡੀਆਂ 'ਚ ਕਣਕ ਵੀ ਆ ਗਈ, ਸਰਕਾਰ ਸਹੀ ਢੰਗ ਨਾਲ ਚੱਲੂਗੀ। ਲੱਗਦਾ ਨਾ ਕਿ ਬਾਹਰਲੀ ਸਟੇਟਾਂ ਜਿੱਥੇ ਇਸ ਟਾਈਮ ਕਣਕ ਦਾ ਰੇਟ 1000 ਰੁਪਈਆ 1100 ਆ, ਉਹ ਹੁਣ ਇੱਧਰ ਨੂੰ ਰੁੱਖ ਕਰਨ ਲੱਗ ਗਏ ਨੇ, ਕਿਉਂਕਿ ਜਿਹੜੇ ਕਾਨੂੰਨ ਉਹਨਾਂ ਨੇ ਬਣਾਏ ਨੇ ਕਿ ਤੁਸੀਂ ਕਿਤੇ ਵੀ ਹਿੰਦੁਸਤਾਨ 'ਚ ਜਾਂ ਭਾਰਤ 'ਚ ਕਿਤੇ ਵੀ ਜਾ ਕੇ ਵੇਚ ਸਕਦੇ ਹੋ, ਉਹਦੇ ਤਹਿਤ ਤਾਂ ਫਿਰ ਸਾਰੇ ਜੇ ਉਰੇ ਆ ਕੇ ਵੇਚਣ ਲੱਗੇ, ਤੁਹਾਡੀ ਕਣਕ ਫਿਰ ਕਿੱਦਾਂ ਵਿਕੂਗੀ? ਸਾਡੀ ਕਣਕ ਵੀ ਨਹੀਂ ਵਿਕਣੀ, ਸਾਡੇ ਨਾਲੋਂ ਵੱਧ ਉਹਨਾਂ ਦਾ ਹੋਰ ਹਾਲ ਮਾੜਾ ਹੋ ਜੂ। ਜੇ ਉਹਨਾਂ ਦੀ ਅੱਜ 1100 ਦੀ ਵਿਕਦੀ ਆ, ਉਹ 500-400 ਰੁਪਏ ਨੂੰ ਰਹਿ ਜੂਗੀ। ਠੀਕ ਹੈ ਨਾ, ਇਹ ਨੁਕਸਾਨ ਤਾਂ ਸਾਡਾ ਹੋਣਾ ਹੀ ਹੋਣਾ। ਜਾਂ ਤਾਂ ਕਾਨੂੰਨ ਵਾਪਸ ਲੈ ਲੈਣ ਤਾਂ ਸਾਡਾ ਹੱਲ ਆ,
ਨਹੀਂ ਤਾਂ ਅਸੀਂ ਅੱਜ ਨਹੀਂ 2 ਸਾਲ 3 ਸਾਲ ਬਾਅਦ ਤੋਂ ਮਰ ਹੀ ਜਾਣਾ, ਜ਼ਿਮੀਂਦਾਰਾਂ ਨੇ ਮਰ ਜਾਣਗੇ, ਕੰਮ ਛੱਡ ਜਾਣਗੇ। ਤਾਂ ਇਸੇ ਕਰਕੇ ਤਾਂ ਸਾਡੇ ਜਵਾਕ ਛੱਡ ਭੱਜੀ ਜਾਂਦੇ ਆ, ਤਾਂ ਹੀ ਬਾਹਰ ਰੁਕ ਕਰੀ ਜਾ ਰਹੇ ਸਾਰੇ। ਜੇ ਮਜ਼ਦੂਰਾਂ ਦੀ ਗੱਲ ਕੀਤੀ ਹੈ, ਮਜ਼ਦੂਰਾਂ ਨੂੰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ? ਮਜ਼ਦੂਰਾਂ ਨੂੰ ਕੋਈ ਫਰਕ ਪਿਆ ਵਾ? ਦੇਖੋ ਮਜ਼ਦੂਰ ਇੱਥੇ ਮਜ਼ਦੂਰੀ ਕਰਦਾ ਆ ਕੇ ਆੜ੍ਹਤੀ ਨਾਲ ਹਿਸਾਬ ਕਰਨਾ, ਠੀਕ ਹੈ ਜੀ। ਉਹਨੂੰ ਪੈਸੇ ਕਿਹਨੇ ਦੇਣੇ ਆ? ਅਸੀਂ ਦੇਣੇ ਆ, ਸਾਡੀ ਫਸਲ ਸਫਾਈ ਹੋਣੀ ਆ। ਪਰ ਪੈਸੇ ਤਾਂ ਸਾਨੂੰ ਸੈਂਟਰ ਤੋਂ ਆਉਣੇ ਆ। ਇਹ ਵੀ ਹੁਣ ਸਾਡਾ ਆਪਸੀ ਭਾਈਚਾਰਾ ਕਰਕੇ ਜਾਂ ਤਿਉ ਕਰਕੇ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਕੇ ਹੀ ਉਹ ਪੈਸੇ ਵਾਪਸ ਲੈਣਗੇ ਸਾਤੋਂ, ਨਹੀਂ ਤਾਂ ਨੁਕਸਾਨ ਉਹਨਾਂ ਦਾ ਵੀ ਆ। ਜੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਡਾਇਰੈਕਟ ਜਿਹੜਾ ਕਿਸਾਨ ਆ, ਜੇ ਮਜ਼ਦੂਰ ਤੋਂ ਕੰਮ ਕਰਾਉਂਦਾ ਵੀ ਆ ਤਾਂ ਉਹਨੇ ਸ਼ਾਮ ਨੂੰ ਆਪਣੇ ਪੈਸੇ ਮੰਗਣੇ ਨੇ, ਕਿਉਂਕਿ ਤੁਹਾਨੂੰ ਪੈਸੇ ਆਣੇ ਜਦੋਂ ਤੁਹਾਡੀ ਫਸਲ ਵਿਕ ਜੂ, ਸਰਕਾਰ ਲੈ ਲੂਗੀ। ਆੜ੍ਹਤੀ ਦਾ ਕੰਮ ਇਹ ਸੀਗਾ ਕਿ ਉਹ ਜਰੀ ਪੈਸੇ ਦੇ ਦਿੰਦਾ ਸੀ, ਜਿਹਦੇ ਕਰਕੇ ਦੇਖਿਆ ਜਾਵੇ ਤਾਂ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਆ। ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਆ ਤੇ ਜ਼ਿਮੀਂਦਾਰ ਦਾ ਵੀ ਬਹੁਤ ਵੱਡਾ ਨੁਕਸਾਨ ਆ। ਮੰਨ ਲਓ ਸਪੋਜ਼ ਕਰੋ ਅੱਜ ਮੇਰੀ ਕਣਕ ਵਿਕ ਗਈ ਆ, ਠੀਕ ਹੈ ਜੀ, ਮੈਨੂੰ 48 ਘੰਟੇ 'ਚ ਕਹਿੰਦੇ ਪੈਸੇ ਆਉਣਗੇ ਮੇਰੇ ਅਕਾਊਂਟ 'ਚ। ਰੱਬ ਨਾ ਕਰੇ ਮੈਨੂੰ ਸਵੇਰੇ 10 ਘੰਟਿਆਂ ਬਾਅਦ ਪੈਸਿਆਂ ਦੀ ਲੋੜ ਪੈ ਗਈ ਕਿਸੇ ਦੀ 5 7 10 20 ਹਜ਼ਾਰ ਰੁਪਏ ਦੀ, ਮੈਂ ਆਪਦੇ ਆੜ੍ਹਤੀਏ ਕੋਲੋਂ ਲੈ ਸਕਦਾ। ਪਰ ਜੇ ਮੇਰੇ ਪੈਸੇ ਹੀ ਨਹੀਂ ਆਉਣੇ ਇਹਨਾਂ ਕੋਲ, ਇਹਨੇ ਮੈਨੂੰ ਕਾਹਤੇ ਦੇਣੇ ਆ? ਨੁਕਸਾਨ ਤਾਂ ਸਾਡਾ ਦੋਹਾਂ ਦਾ ਹੀ ਆ ਨਾ। ਇਹ ਦੋਨੇ ਭਾਈਚਾਰਾ ਵੀ ਖਤਮ ਹੋ ਜਾਊਗਾ, ਇੱਥੇ ਲੜਾਈਆਂ ਹੋਣਗੀਆਂ ਇਸੇ ਗੱਲ ਪਿੱਛੇ, ਕੰਮ ਪਿੱਛੇ ਵੀ ਲੜਾਈ ਹੋਇਆ ਕਰੂਗੀ। ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀ ਫਿਰ ਮਨਸ਼ਾ ਕੀ ਆ? ਉਹ ਕੀ ਚਾਹੁੰਦੀ ਹੈ ਇਦਾਂ ਦਾ ਵੀ ਜਿਹਦੇ ਕਰਕੇ ਦੇਖਿਆ ਜਾਵੇ ਤਾਂ ਆੜ੍ਹਤੀਆਂ ਦਾ ਇੱਕ ਤਰ੍ਹਾਂ ਦਾ ਜਿਹੜਾ ਬਿਜ਼ਨਸ ਆ ਉਹ ਵੀ ਖਤਮ ਕਰ ਦਿੱਤਾ ਗਿਆ ਵਾ, ਕਿਉਂਕਿ ਜਿਹੜੇ 30 ਸਾਲਾਂ ਤੋਂ ਆੜ੍ਹਤੀਆਂ ਹੀ ਕਰਦੇ ਆ ਰਹੇ ਨੇ ਉਹਨਾਂ ਨੂੰ ਇੱਕਦਮ ਦੂਜੇ ਕੰਮ 'ਚ ਜਾਣਾ ਵੀ ਮੁਸ਼ਕਲ ਆ ਥੋੜ੍ਹਾ ਜਿਹਾ, ਜੇ ਇਹਦੀ ਆਪਾਂ ਗੱਲ ਕਰੀਏ ਕੰਮ ਦੀ। ਪਰ ਸਰਕਾਰਾਂ ਦੀ ਮਨਸ਼ਾ ਕੀ ਆ? ਸਰਕਾਰਾਂ ਕਿਉਂ ਨਹੀਂ ਇਹ ਚੀਜ਼ਾਂ ਸੁਣ ਕੇ ਰਾਜੀ? ਸਰਕਾਰ ਦੀ ਮਨਸ਼ਾ ਤਾਂ 2 ਬੰਦਿਆਂ ਨਾਲ ਹੈ ਜੀ, ਅਡਾਨੀ ਤੇ ਅਵਾਨੀ। ਉਹਨਾਂ ਨੂੰ ਪਾਲਣਾ, ਬਾਕੀ ਚਾਹੇ ਸਾਰਾ ਮੁਲਕ ਮਰ ਜਾਵੇ ਕੋਈ ਮਤਲਬ ਨਹੀਂਗਾ, ਠੀਕ ਹੈ ਜੀ। ਜਿਹੜਾ 10 ਲੱਖ ਦੇ ਕੱਪੜੇ ਪਾ ਕੇ ਘੁੰਮ ਸਕਦਾ ਉਹਨੂੰ ਕਿਸੇ ਦੀ ਕੀ ਪਰਵਾਹ, ਸਾਡੀ ਕੀ ਪਰਵਾਹ, ਨਾ ਕਿਸੇ ਮਜ਼ਦੂਰ ਦੀ ਪਰਵਾਹ ਵਾ। ਉਹਨੂੰ ਤਾਂ 2 ਬੰਦੇ ਜੀਂਦੇ ਆ, ਅਡਾਨੀ ਤੇ ਅਵਾਨੀ, ਠੀਕ ਹੈ ਜੀ। ਉਹਨਾਂ ਪਿੱਛੇ ਸਾਰਾ ਇਹ ਟਕਵਾਜ ਕਰ ਰਿਹਾ, ਕਿਉਂਕਿ ਸੈਲੋ ਤੇ ਇੰਨਾ ਜਿਹੜੀਆਂ ਸੜਕਾਂ ਬਣ ਰਹੀਆਂ ਨਵੀਆਂ, ਉਹਨਾਂ ਤਾਂ ਇੰਨਾ ਕਰ ਪਈਆ ਇਹ ਲਾ ਚੁੱਕੇ ਆ, ਉਹਨੂੰ ਪਿੱਛੇ ਮੁੜਨਾ ਵੀ ਔਖਾ, ਅੱਗੇ ਜਾਣਾ ਵੀ ਔਖਾ ਵਾ। ਫਸਿਆ ਹੋਇਆ, ਮਾਰ ਖਾਣੀ ਪੈਣੀ ਆ, ਕਾਨੂੰਨ ਤਾਂ ਉਹਨੂੰ ਵਾਪਸ ਲੈਣੇ ਪੈਣੇ ਆ। ਅੱਜ ਨਹੀਂ ਸਾਲ ਨੂੰ 2, ਜਿੰਨਾ ਚਿਰ ਮਰਜ਼ੀ ਬਿਠਾ ਲਵੇ ਜ਼ਿਮੀਂਦਾਰ ਤਾਂ ਬੈਠੇ ਨੇ। ਜੇ ਹੁਣ ਆਪਾਂ ਆੜ੍ਹਤੀਆਂ ਦੀ ਗੱਲ ਕੀਤੀ ਜਾਵੇ ਤਾਂ ਆੜ੍ਹਤੀ ਕਹਿੰਦੇ ਵੀ ਸਾਡੀ ਪਹਿਲਾਂ ਹੜਤਾਲ ਕੀਤੀ ਸੀ, ਕੈਪਟਨ ਸਾਹਿਬ ਨੇ ਖਤਮ ਕਰਾਤੀ। ਪਰ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਆ, ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਆੜ੍ਹਤੀਏ ਨੇ ਉਹ ਕਿਸਾਨ ਦਾ ਹਿੱਸਾ ਰਹਿਣਗੇ, ਪਰ ਉਹਨਾਂ ਨੇ ਜਿਹੜਾ ਹਿੱਸਾ ਹੁਣ ਖਤਮ ਕਰ ਦਿੱਤਾ ਦਾ। ਫਿਰ ਹੁਣ ਕੀ ਲੱਗਦਾ ਕਿ ਆੜ੍ਹਤੀ ਹੁਣ ਦੁਬਾਰੇ ਹੜਤਾਲ ਕਰਨਗੇ ਤੇ ਤੁਹਾਡਾ ਸਾਥ ਉਹਨਾਂ ਨੂੰ ਮਿਲੂਗਾ? ਬਿਲਕੁਲ, ਅਸੀਂ ਤਾਂ ਕਹਿੰਦੇ ਜੇ ਇਹ ਹੜਤਾਲ ਤੇ ਜਾਣ ਅਸੀਂ ਵੀ ਸਾਥ ਦੇਵਾਂਗੇ, ਸਾਡਾ ਇਹ ਸਾਥ ਦੇ ਰਹੇ ਨੇ ਔਰ ਦਿੰਦੇ ਰਹਿਣਗੇ, ਠੀਕ ਹੈ ਜੀ। ਬਾਕੀ ਰਹੀ ਗੱਲ ਸਟੇਟ ਦੀ, ਕੈਪਟਨ ਅਮਰਿੰਦਰ ਸਿੰਘ ਦੀ ਲਾ ਲਓ, ਉਹਨਾਂ ਨੇ ਇਹਨਾਂ ਨੂੰ ਭਰੋਸਾ ਦਿੱਤਾ ਤਾਂ ਉਹਨਾਂ ਨੇ ਵਿਸ਼ਵਾਸਘਾਤ ਹੀ ਕੀਤਾ, ਜ਼ਿਮੀਂਦਾਰਾਂ ਨਾਲ ਵੀ ਕੀਤਾ। ਕਿੱਥੇ ਸਾਨੂੰ ਜੇ ਫਾਰਮ ਮਿਲਣੇ ਸੀ, ਹੋਰ ਸਾਰੀਆਂ ਗੱਲਾਂ ਸੀ, ਟੈਕਸ ਪੇਡ ਸੀ। ਹੁਣ ਸਾਨੂੰ ਆਪਦੀਆਂ ਕਿਤਾਬਾਂ 'ਚ ਦੱਸਣਾ ਪਊ ਸਾਨੂੰ ਪੈਸੇ ਕਿੱਥੇ, ਸਾਨੂੰ ਚਿੱਠੀਆਂ ਆਉਣਗੇ ਔਰ ਰੁਪਈਏ ਕਿੱਥੋਂ ਆਏ ਸੀ, ਉੱਥੇ ਦੱਸਣਾ ਪਿਆ ਕਰੂ। ਅੱਗੇ ਸਾਨੂੰ ਜੇ ਫਾਰਮ ਦਿਖਾਉਂਦੇ ਹੀ ਵਿਹਲੇ ਹੋ ਜਾਂਦੇ ਸੀ। ਇਹ ਬੜਾ ਫਰਕ ਪੈਣਾ ਵਾ। ਜੇ ਆਪਾਂ ਗੱਲ ਕਰੀਏ, ਚਲੋ ਮੰਨ ਲੈਂਦੇ ਹਾਂ ਸਰਕਾਰਾਂ ਨੇ ਜੋ ਕੀਤਾ, ਚਾਹੇ ਸਹੀ ਕੀਤਾ ਜਾਂ ਗਲਤ ਕੀਤਾ, ਕੈਪਟਨ ਸਰਕਾਰ ਆ, ਹੁਣ ਕਾਂਗਰਸੀ ਸਰਕਾਰ ਆ ਆਪਣੇ ਪੰਜਾਬ ਦੇ ਵਿੱਚ, ਹੋਰ ਵੀ ਪਾਰਟੀਆਂ ਨੇ। ਕੀ ਲੱਗਦਾ ਕਿ ਤੁਹਾਨੂੰ ਜਿਹੜਾ ਕਿਸਾਨ ਭਾਈਚਾਰਾ ਵਾ, ਆੜ੍ਹਤੀਆ ਭਾਈਚਾਰਾ ਵਾ, ਜਿਹੜੀਆਂ ਹੁਣ ਮੌਜੂਦਾ ਸਰਕਾਰਾਂ ਨੇ, ਇਹਨਾਂ ਨੂੰ 2022 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਦਾ ਨੁਕਸਾਨ ਜ਼ਰੂਰ ਹੋਊਗਾ? ਬਿਲਕੁਲ, ਇਹ ਖਮਾਜਾ ਤਾਂ ਭੁਗਤਣਾ ਹੀ ਪਊਗਾ। ਜਿਹਨੇ ਇਹਦੇ ਵਿੱਚ ਹਿੱਸੇਦਾਰੀ ਪਾਈ ਆ ਨਾ ਸਾਨੂੰ ਬਰਬਾਦ ਕਰਨ ਦੀ, ਉਹਦਾ ਖਮਾਜਾ ਤਾਂ ਇਹਨਾਂ ਨੂੰ ਭੁਗਤਣਾ ਪਊਗਾ ਹੀ ਪਊਗਾ। 2022 'ਚ ਤੁਸੀਂ ਜਵਾਬ ਜ਼ਰੂਰ ਦਿਓਗੇ? ਬਿਲਕੁਲ ਜਵਾਬ ਮਿਲੂਗਾ ਜੀ, ਇਹਨਾਂ ਨੂੰ ਮਿਲੂਗਾ। ਸੈਂਟਰ ਸਰਕਾਰ ਨੂੰ ਤਾਂ, ਭਾਜਪਾ ਦੀ ਸਰਕਾਰ ਤਾਂ ਬਿਲਕੁਲ ਹੀ ਇੱਥੋਂ ਖਤਮ ਹੋ ਜਾਊਗੀ, ਕਿਉਂਕਿ ਉਹਨਾਂ ਨੇ ਇਹ ਬਹੁਤ ਵੱਡਾ ਨੁਕਸਾਨ ਕੀਤਾ ਵਾ। ਕਿਉਂਕਿ ਸਿਸਟਮ ਚੱਲ ਰਿਹਾ ਸੀ, ਪੰਜਾਬ ਦਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਸੀ, ਉਹਨਾਂ ਤੋਂ ਦੇਖ ਨਹੀਂ ਹੋਇਆ। ਜ਼ਿਮੀਂਦਾਰ ਹਿਲਾ ਕੇ ਰੱਖ ਦਿੱਤਾ, ਖਤਮ ਕਰਤਾ ਸਾਰਾ, ਜ਼ਿਮੀਂਦਾਰਾ ਹੀ ਖਤਮ ਕਰਤਾ। ਇੱਕ ਬੰਦਾ 5-4 ਕਿੱਲਿਆਂ ਵਾਲਾ ਰੋਟੀ ਖਾ ਰਿਹਾ, ਉਹ ਰੋਟੀ ਨਹੀਂ ਮਿਲਣੀ ਉਹਨੂੰ ਹੁਣ, ਠੀਕ ਹੈ ਜੀ। ਤੁਹਾਡੇ ਕਣਕ ਹੀ ਨਹੀਂ ਜਾਂ ਵਿਕਣਾ, ਤੁਹਾਡਾ ਸਮਾਨ ਨਹੀਂ ਵਿਕਣਾ, ਕਿੱਥੋਂ ਆਪਾਂ 50-50 ਹਜ਼ਾਰ ਰੁਪਇਆ ਠੇਕਾ ਦੇ ਦਾਂਗੇ? ਠੇਕੇ ਵਾਲਾ ਵੀ ਪੱਟਿਆ ਗਿਆ, ਆੜ੍ਹਤੀਆ ਵੀ ਪੱਟਿਆ ਗਿਆ, ਮਜ਼ਦੂਰ ਵੀ ਪੱਟਿਆ ਗਿਆ, ਸਾਰੇ ਖਤਮ ਹੋ ਜਾਣਗੇ। ਜਿਹੜੀ ਬਾਹਰੋਂ ਕਣਕ ਆ ਰਹੀ ਆ, ਜਿਹੜੇ ਕਹਿੰਦੇ ਵੀ ਟਰੱਕ ਵੀ ਫੜੇ ਜਾ ਰਹੇ ਨੇ, ਜੇ ਉਹ ਇੱਥੇ ਲਿਆ ਕੇ ਕਣਕ ਵੇਚਣਗੇ ਤਾਂ ਕਿ ਉਹਨਾਂ ਨੂੰ ਖਰਚਾ ਨਹੀਂ ਪੈਂਦਾ? ਫਿਰ ਤਾਂ ਉਹਨਾਂ ਨੂੰ ਜੇ MSP ਤੇ ਉਹ ਦੇਣਗੇ, ਫਿਰ ਤਾਂ ਉਹਨਾਂ ਨੂੰ ਖਰਚਾ ਪੈ ਕੇ ਰੇਟ ਤਾਂ ਫਿਰ ਉਨਾ ਹੀ ਮਿਲੂਗਾ ਕਮ ਸੇ ਕਮ। ਨਹੀਂ, ਜੇ ਬਾਹਰ ਹੀ MSP ਮਿਲਦੀ ਹੋਵੇ ਤੇ ਇੱਥੇ ਲਿਆਉਣ ਦੀ ਲੋੜ ਕੀ ਹੈ? ਕਿਉਂਕਿ ਤੇਲ ਦਾ ਖਰਚਾ ਵੀ ਤਾਂ ਪੈਂਦਾ ਨਾ। 1975 ਜੇ ਉਹਨਾਂ ਦੀ ਵਿਕਦੀ ਹੋਵੇ ਤੇ ਰੌਲਾ ਪਾਉਂਦੇ ਆ, ਸੈਂਟਰ ਸਰਕਾਰ ਰੌਲਾ ਪਾਉਂਦੀ ਹੈ MSP ਹੈ ਰਹੂਗੀ, ਰੱਖਾਂਗੇ। ਉਹ ਫਿਰ ਇੱਥੇ ਲਿਆਉਣ ਦੀ ਤਾਂ ਲੋੜ ਹੀ ਨਹੀਂ ਸੀਗੀ। ਇੱਥੇ ਤਾਂ ਆਉਂਦੇ ਆ ਨਾ, ਉਹਨਾਂ ਦੀ 1000-1200 ਰੁਪਏ ਨੂੰ ਮਿਲਦੀ ਹੈ। ਜੇ ਸਾਡੀ ਇਹੀ ਕਣਕ ਜਦੋਂ ਇਹ ਸਾਰਾ ਸਿਸਟਮ ਖਤਮ ਹੋ ਗਿਆ, 1000-1200 ਨੂੰ ਵਿਕੂ, ਉਹ 500-600 ਰੁਪਏ ਨੂੰ ਵਿਕਿਆ ਕਰੂਗੀ। ਇੱਥੇ ਪੁੱਛਣਾ ਨਹੀਂ ਕਿਸੇ ਨੇ, ਖੇਤੀ ਫੀਡ ਖਤਮ ਹੋ ਜਾਊਗਾ। ਉਹ ਸਿਰਫ ਕੀ ਆ, ਅਸੀਂ ਵੀ ਡੱਬਾ ਚੱਕ ਕੇ ਅਡਾਨੀਆਂ ਤੇ ਵਾਨੀਆਂ ਦੇ ਖੇਤ 'ਚ ਕੰਮ ਕਰਨ ਜਾਵਾਂਗੇ। ਚਾਹੇ ਆਉਣ ਵਾਲਾ ਟਾਈਮ ਜੇ ਦੇਖਿਆ ਜਾਵੇ ਤਾਂ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਕਣਕ ਆਪਣਾ ਆਟਾ ਲੈਣਾ ਪਿਆ ਕਰੂਗਾ, ਜਿਹੜੇ ਇਹਨਾਂ ਦੇ ਸਟੋਰਾਂ ਤੋਂ ਹੀ ਮਿਲਿਆ ਕਰਨਗੇ। ਦੇਖੋ ਜੀ, ਛੋਟੀ ਜੀ ਗੱਲ ਆ, ਇੱਕ ਆਪਾਂ ਮਨ 'ਚ ਹੁੰਦੀ ਆ 10 ਰੁਪਏ ਛੱਲੀ ਚੱਬ ਲੈਂਦੇ ਆ,
ਪਰ ਇਹਨਾਂ ਦੇ ਸਟੋਰ ਤੇ 82 ਰੁਪਏ ਦੀ ਛੱਲੀ ਲੱਗੀ ਆ। ਕਿਹੜਾ ਖਿਲਾ ਦੂਗਾ ਉਹਦੇ ਟੱਬਰ ਨੂੰ? ਜੇ 5 ਜੀ ਨੇ, ਕਿੱਥੇ 82 ਰੁਪਏ ਦੀ ਛੱਲੀ, ਕਿੰਨੇ ਪੈਸੇ ਹੋ ਗਏ? ਕਿੱਥੇ 50 ਰੁਪਏ ਦੀਆਂ 5 ਛੱਲੀਆਂ ਆ ਜਾਣੀਆਂ ਨੇ। ਨੁਕਸਾਨ ਤਾਂ ਹੋ ਹੀ ਰਿਹਾ ਵਾ ਨਾ। ਇਹ ਤਾਂ ਧੱਕਾ ਹੋ ਰਿਹਾ ਸਾਡੇ ਨਾਲ, ਜ਼ਿਮੀਂਦਾਰਾਂ ਨਾਲ, ਖਾਸ ਕਰਕੇ ਜ਼ਿਮੀਂਦਾਰਾਂ, ਆੜ੍ਹਤੀਆਂ ਨਾਲ, ਮਜ਼ਦੂਰਾਂ ਨਾਲ, ਸਾਰਿਆਂ ਨਾਲ ਹੀ ਹੋ ਰਿਹਾ ਵਾ। ਸਰਕਾਰ ਨੂੰ ਕੀ ਅਪੀਲ ਕਰੋਗੇ? ਆਪਣੇ ਮਾਧਿਅਮ ਰਾਹੀਂ, ਆਪਣੀ ਭਾਈਚਾਰੇ ਦੇ ਮਾਧਿਅਮ ਰਾਹੀਂ ਕੀ ਅਪੀਲ ਕਰੋਗੇ? ਅਸੀਂ ਤਾਂ ਸਰਕਾਰ ਤਾਂ ਇਹੀ ਕਹਿੰਦੇ ਜੋ ਸਿਸਟਮ ਪਹਿਲਾਂ ਚੱਲਦਾ ਸਾਡਾ ਉਸੇ ਚੱਲਣ ਦਿਓ। ਸਾਨੂੰ ਲੋੜ ਨਹੀਂ ਐਮਐਸਪੀ ਜੇ ਕਰਨੀ ਹੈ ਕਰ ਦੇਣ। ਇਹੀ ਮੰਡੀਆਂ ਰਾਹੀਂ ਆ, ਜਿਹਨੇ ਅਡਾਨੀ ਨੇ ਖਰੀਦਣੀਆਂ, ਅਵਾਨੀ ਨੇ, ਇਹ ਤੋਂ ਖਰੀਦੀ ਜਾਣ। ਆੜ੍ਹਤੀਆਂ ਰਾਹੀਂ ਜਿੰਨੀ ਮਰਜ਼ੀ ਖਰੀਦ ਲੈ, ਕੋਈ ਰੋਕਦਾ ਥੋੜ੍ਹਾ ਵਾ। ਇਹ ਹੁਣ 1975 ਰੁਪਏ ਸਰਕਾਰੀ ਰੇਟ ਆ, 1975 ਨੂੰ ਇਹ ਸਾਤੋਂ ਖਰੀਦਦੇ ਆ ਜਾਂ ਉਹ ਆ ਕੇ ਖਰੀਦਦੇ ਆ, ਸਾਨੂੰ ਕੀ ਇਤਰਾਜ਼ ਆ? ਉਹਨਾਂ ਦੇ ਮੰਡੀਆਂ ਵੀ ਖਤਮ ਕਰਨੀਆਂ ਨੇ। ਇਹ ਵਿਕਣਗੀਆਂ ਇੱਕ ਦਿਨ, ਵੇਚ ਕੇ ਵਿਹਲੇ। ਅਸੀਂ ਉਹਨਾਂ ਦੇ ਮਗਰ ਫਿਰਿਆ ਕਰਾਂਗੇ। ਕੰਟਰੈਕਟਿੰਗ ਫਾਰਮ ਵੀ ਫੇਲ ਆ, ਇਹਨਾਂ ਦਾ ਸਾਰਾ ਕੁਝ ਫੇਲ ਆ ਜੀ। ਧੰਨਵਾਦ ਜੀ। ਠੀਕ ਹੈ। ਸੋ ਇਹ ਸਨ ਕਿਸਾਨ ਵੀਰ ਜਿਹੜੇ ਕਿ ਹੁਣ ਮੰਡੀਆਂ ਦੇ ਵਿੱਚ ਆਪਣੀ ਕਣਕ ਲੈ ਕੇ ਪਹੁੰਚੇ ਹੋਏ ਨੇ ਤੇ ਆੜਤੀ ਵੀਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਆ। ਸੋ ਉਹਨਾਂ ਦਾ ਕਹਿਣਾ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਆਪਸੀ ਭਾਈਚਾਰਾ ਵਾ ਕਿਸਾਨਾਂ ਦਾ ਤੇ ਆੜਤੀਆਂ ਦਾ, ਉਹਨੂੰ ਕਿਤੇ ਨਾ ਕਿਤੇ ਸਰਕਾਰਾਂ ਖਤਮ ਕਰਨ ਲੱਗੀਆਂ ਨੇ, ਜਿਹਦੇ ਵਿੱਚ 60% ਉਹ ਕਾਮਯਾਬੀ ਹੋ ਚੁੱਕੇ ਨੇ। ਤੇ ਜਿਹੜੀ ਹੜਤਾਲ ਉਹਨਾਂ ਨੇ ਦੱਸਿਆ ਵੀ ਹੜਤਾਲ ਸਾਡੀ ਕੀਤੀ ਸੀ, ਕੈਪਟਨ ਸਾਹਿਬ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਵਾ ਇੱਕ ਭਰੋਸਾ ਦਿਵਾਇਆ ਸੀਗਾ ਕਿ ਉਹਨਾਂ ਦਾ ਜਿਹੜਾ ਸ਼ਮੂਲੀਅਤ ਆ ਉਹ ਵਿੱਚ ਰਹੂਗੀ, ਪਰ ਉਹ ਕਿਤੇ ਨਾ ਕਿਤੇ ਹੁਣ ਖਤਮ ਕਰ ਦਿੱਤੀ ਗਈ ਆ, ਜਿਹਦੇ ਕਰਕੇ ਹੁਣ ਦੋਨੇ ਧਿਰਾਂ ਦਾ ਨੁਕਸਾਨ ਆ। ਤੇ ਜੇ ਆਪਾਂ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਜਿਹੜੀ ਜੇਬ 'ਚੋਂ ਹੀ ਪੈਸੇ ਉਹਨਾਂ ਨੂੰ ਦੇਣੇ ਪੈਣਗੇ, ਕਿਉਂਕਿ ਕਣਕ ਜਦੋਂ ਸਾਡੀ ਵਿਕੂਗੀ ਸਰਕਾਰ ਉਹਨਾਂ ਨੂੰ ਪੈਸੇ ਦੇਊਗੀ, ਅਦਾਇਗੀ ਉਹ ਪੈਸੇ ਦੀ ਫੇਰ ਹੀ ਕਰ ਸਕਦੇ ਨੇ, ਜਿਹਦੇ ਕਰਕੇ ਸਾਰੇ ਜਿਹੜਾ ਵਰਗ ਆ ਕਿਤੇ ਨਾ ਕਿਤੇ ਉਹਨਾਂ ਨੂੰ ਘਾਟੇ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਲੋਸ ਹੋ ਰਿਹਾ। ਤੇ ਉਹ ਕਹਿੰਦੇ ਨੇ ਕਿ ਜਿਹੜੇ 3 ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤੇ ਨੇ ਉਹ ਕਿਸਾਨ ਭਰਾਵਾਂ ਦੇ ਨਾਲ ਵੀ ਨੇ ਤੇ ਉਹਨਾਂ ਨਾਲ ਡਟ ਕੇ ਖੜੇ ਵੀ ਨੇ। ਤੇ ਹੁਣ ਬਾਕੀ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਸਰਕਾਰਾਂ ਕੀ ਰੁਕ ਲੈਂਦੀਆਂ ਨੇ ਤੇ ਆੜਤੀਏ ਜਿਹੜੇ ਨੇ ਉਹ ਕੀ ਅੱਗੇ ਹੜਤਾਲ ਨੂੰ ਬਰਕਰਾਰ ਰੱਖਣਗੇ ਜਾਂ ਹੁਣ ਉਹ ਚੁੱਪ ਕਰਕੇ ਬੈਠ ਜਾਣਗੇ, ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਕੈਮਰਾਮੈਨ ਬਲਵੀਰ ਬੰਟੀ ਨਾਲ ਨੀਰਜ ਕੁਮਾਰੀ, ਰਿਪੋਰਟ ਨਿਰਪੱਖ ਪੋਸਟ ਲੁਧਿਆਣਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।